ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੋ ਤੇ ਭੈਣੋ, ਅੱਜ ਆਪਾਂ ਇੱਕ ਬੜੀ ਜ਼ਰੂਰੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਜੋ ਅਫਗਾਨਿਸਤਾਨ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜਾਂ 3 ਹਫ਼ਤਿਆਂ ਤੋਂ ਘਟਨਾਵਾਂ ਵਾਪਰੀਆਂ ਨੇ। ਤਾਲਿਬਾਨ ਦਾ ਕਬਜ਼ਾ ਦੁਬਾਰਾ ਅਫਗਾਨਿਸਤਾਨ 'ਤੇ ਹੋ ਗਿਆ ਅਤੇ ਅਮਰੀਕਾ ਨੂੰ ਉੱਥੋਂ ਰਸ਼ ਕਰਕੇ ਆਪਣੇ ਸਾਰੇ ਸਿਟੀਜ਼ਨਸ ਕੱਢਣੇ ਪਏ ਅਤੇ ਉੱਥੇ ਬੰਬ ਬਲਾਸਟ ਹੋਇਆ ਅਤੇ ਜਿਹਦੇ ਨਾਲ 13 ਅਮਰੀਕਨਸ ਦੀ ਵੀ ਜਾਨ ਗਈ ਅਤੇ 200 ਤੋਂ ਵੱਧ ਜਿਹੜੇ ਅਫਗਾਨ ਸੀਗੇ ਉਹਨਾਂ ਦੀ ਜਾਨ ਚਲੀ ਗਈ। ਪਰ ਉਹਦਾ ਜਿਹੜਾ ਨਿਊਜ਼ ਫਲੈਸ਼ ਹੈ ਉਹ ਸਾਰੀ ਦੁਨੀਆ ਦੇ ਵਿੱਚ ਗਿਆ ਅਤੇ ਖਾਸ ਕਰਕੇ ਜਿਹੜੀ ਕੰਸਰਨਿੰਗ ਸਾਡੇ ਸਿੱਖਾਂ ਲਈ ਹੈ। ਪਹਿਲੀ ਗੱਲ ਤਾਂ ਜਿਹੜੇ ਸਾਡੇ ਸਿੱਖ ਭੈਣ ਭਰਾ ਉੱਥੋਂ ਸਾਰੇ ਨਹੀਂ ਨਿਕਲ ਸਕੇ। ਹੁਣ ਤਕਰੀਬਨ 225 ਦੇ ਕਰੀਬ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ, ਜਿਹਦੇ ਵਿੱਚੋਂ 18-19 ਹਿੰਦੂ ਕਮਿਊਨਿਟੀ ਦੇ ਮੈਂਬਰ ਵੀ ਨੇ, ਉਹ ਕੁਛ ਮੰਦਿਰ 'ਚ ਚਲੇ ਗਏ ਨੇ, ਕੁਛ ਕਾਬੁਲ ਗੁਰਦੁਆਰੇ 'ਚ ਨੇ, ਕੁਛ ਜਲਾਲਾਬਾਦ ਗੁਰਦੁਆਰੇ 'ਚ ਚਲੇ ਗਏ ਨੇ। ਪਰ ਜਿਹੜੀ ਗੱਲ ਅੱਜ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ, ਜਿਹੜੇ ਵੀ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜੇ ਸਿੱਖ ਭੈਣ ਭਰਾ ਨੇ, ਈਵਨ ਵਰਲਡ ਦੇ ਵਿੱਚ ਵੀ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ, ਸਾਨੂੰ ਸਾਰਿਆਂ ਨੂੰ ਐਜ਼ ਏ ਕਮਿਊਨਿਟੀ ਬਹੁਤ ਧਿਆਨ ਨਾਲ ਚੱਲਣ ਦੀ ਲੋੜ ਹੈ, ਕਿਉਂਕਿ ਇਹ ਜਿਹੜਾ ਤਾਲਿਬਾਨ ਦਾ ਜਿਹੜਾ ਇੱਕ ਐਕਸਪੋਜ਼ਰ ਹੈ ਦੁਬਾਰਾ 20 ਸਾਲ ਬਾਅਦ, ਅਤੇ ਉਹਨਾਂ ਨੇ ਵੀ ਉਹ ਪੱਗਾਂ ਬੰਨੀਆਂ ਹੋਈਆਂ ਨੇ ਐਂਡ ਉਹ ਜਿਹੜੇ ਟਰਬਨਸ ਨੇ, ਜਿਹੜੇ ਆਮ ਲੋਕੀ ਨੇ, ਉਹਨਾਂ ਦੀਆਂ ਪੱਗਾਂ ਅਤੇ ਸਿੱਖਾਂ ਦੀਆਂ ਪੱਗਾਂ ਦੇ ਵਿੱਚ ਫਰਕ ਨਹੀਂ ਕਰ ਪਾਉਂਦੇ, ਜਿਹਦਾ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਾਂ ਦੇ ਉੱਤੇ ਹੋ ਸਕਦਾ ਹੈ, ਸਿੱਖਾਂ ਨੂੰ ਹੋ ਸਕਦਾ ਹੈ। ਸੋ ਇਹ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜੀ। ਅਤੇ ਅੱਜ ਹੀ ਜਿਹੜੀ ਖਬਰ ਬੜੀ ਮਾੜੀ ਆਈ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਅਲ-ਕਾਇਦਾ ਦਾ ਕੋਈ ਬੰਦਾ ਜਾਂ ਉੱਥੇ ਸ਼੍ਰੀਲੰਕਾ ਤੋਂ ਕੋਈ ਬੰਦਾ ਸੀ, ਜਿਹਨੇ ਜਿਹੜਾ ਕਿ ਉਹਨਾਂ ਦੀ ਵਾਚ ਲਿਸਟ ਦੇ ਵਿੱਚ ਸੀਗਾ, ਅਤੇ ਉਹਨੇ ਸਟੈਬਿੰਗ ਕਰਕੇ ਉੱਥੇ 17-18 ਬੰਦਿਆਂ ਨੂੰ ਗਰੋਸਰੀ ਸਟੋਰ ਦੇ ਵਿੱਚ, ਬਾਜ਼ਾਰ ਦੇ ਵਿੱਚ ਜ਼ਖਮੀ ਕੀਤਾ। ਅਤੇ ਉਹ ਜਿਸ ਤਰ੍ਹਾਂ ਦੀਆਂ ਇਹ ਖਬਰਾਂ ਨੇ ਨਿਊਜ਼ੀਲੈਂਡ 'ਚ ਹੋਇਆ, ਅਤੇ ਅਮਰੀਕਾ ਦੇ ਵਿੱਚ ਵੀ ਇੱਦਾਂ ਦੇ ਇੰਸੀਡੈਂਟਸ ਹੋ ਸਕਦੇ ਨੇ। ਅਤੇ ਜਿਉਂ-ਜਿਉਂ ਅਫਗਾਨਿਸਤਾਨ ਦੇ ਹਾਲਾਤ ਖਰਾਬ ਹੋ ਰਹੇ ਨੇ ਅਤੇ ਤਾਲਿਬਾਨ ਦਾ ਉੱਥੇ ਕਬਜ਼ਾ ਆ ਰਿਹਾ, ਜਾਂ ਉੱਥੋਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਨੈਸ਼ਨਲ ਨਿਊਜ਼ ਦੇ ਵਿੱਚ ਫਲੈਸ਼ ਹੋ ਰਹੀਆਂ ਨੇ, ਉਹਦਾ ਸਿੱਧਾ ਡਾਇਰੈਕਟ ਜਿਹੜਾ ਇੰਪੈਕਟ ਹੈ ਉਹ ਮੁਸਲਿਮ ਕਮਿਊਨਿਟੀ 'ਤੇ ਵੀ ਹੁੰਦਾ, ਪਰ ਸਾਡੇ 'ਤੇ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਬਹੁਤੇ ਜਿਹੜੇ ਦਸਤਾਰਧਾਰੀ ਸਿੱਖ ਨੇ, ਦੋਜ਼ ਹੂ ਆਰ ਵੇਅਰਿੰਗ ਟਰਬਨਸ, ਉਹਨਾਂ ਲਈ ਦਿਸ ਇਜ਼ ਏ ਰੀਅਲੀ ਏ ਮੂਮੈਂਟ ਆਫ ਕੰਸਰਨ। ਅਤੇ ਖਾਸ ਕਰਕੇ 9/11 ਦਾ ਵੀ ਜਿਹੜਾ ਉਹਦੀ 20th ਐਨੀਵਰਸਰੀ ਆ ਰਹੀ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਕਈਆਂ ਨੂੰ ਨਹੀਂ ਨਾ ਯਾਦ ਹੋਵੇ, ਕਈ who are born after 9/11, so it's almost 20 years। ਅਤੇ 20 ਸਾਲ ਪਹਿਲਾਂ ਜਦੋਂ 9/11 ਦਾ ਜਿਹੜਾ ਅਟੈਕ ਹੋਇਆ, ਅਤੇ ਇਮੀਡੀਏਟਲੀ ਸਿੱਖ ਕਮਿਊਨਿਟੀ ਦੇ ਉੱਤੇ ਉਹਦਾ ਬਹੁਤ ਵੱਡਾ ਅਸਰ ਹੋਇਆ। ਅਤੇ ਉਸ ਵੇਲੇ ਮੈਨੂੰ ਯਾਦ ਹੈ ਕਿ ਮੈਨੂੰ ਵਾਈਟ ਹਾਊਸ ਜਾਣ ਦਾ ਮੌਕਾ ਮਿਲਿਆ, ਪ੍ਰੈਜ਼ੀਡੈਂਟ ਬੁਸ਼ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਅਤੇ ਉਸ ਵੇਲੇ ਜਿਹੜੀ ਸਿਚੁਏਸ਼ਨ ਸੀ ਸਿੱਖਾਂ ਲਈ ਬਹੁਤ ਖਤਰਨਾਕ ਸੀ, ਅਤੇ ਕਈ ਮਹੀਨੇ ਔਰ ਕਈ ਸਾਲ ਤੱਕ ਸਿੱਖਾਂ ਦੇ ਉੱਤੇ ਹੇਟ ਕ੍ਰਾਈਮਸ ਹੁੰਦੇ ਰਹੇ ਨੇ। ਅਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੈਪਟੰਬਰ 1 2 ਦਿਨ ਹੋਏ ਨੇ, FBI ਨੇ, ਜਿਹੜੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ, ਉਹਨਾਂ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ, ਤਹਿਕੀਕਾਤ ਕੀਤੀ ਜਾਂਦੀ ਹੈ ਕਿ ਕਿੰਨੇ ਹੇਟ ਕ੍ਰਾਈਮਸ ਅਮਰੀਕਾ ਦੇ ਵਿੱਚ ਦੂਜੀਆਂ ਕਮਿਊਨਿਟੀ ਦੇ ਲਈ ਹੋ ਰਹੇ ਨੇ। ਉਹਦੇ ਵਿੱਚ ਜਿਹੜੀ ਲਿਸਟ ਬਣੀ ਹੈ ਉਹ ਸਾਡੇ ਸਾਰਿਆਂ ਲਈ ਬੜੀ ਇੰਪੋਰਟੈਂਟ ਲਿਸਟ ਹੈ, ਕਿਉਂਕਿ ਸਿੱਖ ਹੇਟ ਕ੍ਰਾਈਮਸ ਨੂੰ ਵੀ ਹੁਣ ਉਹਨੂੰ ਕਾਊਂਟ ਕੀਤਾ ਜਾਂਦਾ ਹੈ, ਉਹਦੇ 'ਤੇ ਉਹਦਾ ਡੇਟਾ ਬਣਾਇਆ ਜਾਂਦਾ ਹੈ। ਸੋ ਪਿਛਲੇ ਸਾਲ ਸਿੰਸ 2019 ਇਸ ਵੇਲੇ ਤੱਕ ਅਮਰੀਕਾ ਦੇ ਵਿੱਚ 67 ਕੇਸਿਸ ਆਫ ਹੇਟ ਐਂਡ ਵਾਇਲੈਂਸ ਅਗੇਂਸਟ ਮੈਂਬਰਸ ਆਫ ਦ ਸਿੱਖ ਕਮਿਊਨਿਟੀ ਹੋਏ ਨੇ। ਸੋ ਸਿੱਖਾਂ ਦੇ ਉੱਤੇ 67 ਕੇਸਿਸ ਆਫ ਹੇਟ ਕ੍ਰਾਈਮਸ ਹੋਏ ਨੇ ਪਿਛਲੇ ਜਿਹੜੇ ਕੁਝ ਮਹੀਨਿਆਂ ਦੇ ਵਿੱਚ। ਇਹ ਆਪਣੇ ਆਪ 'ਚ ਕੰਸਰਨ ਵਾਲੀ ਗੱਲ ਹੈ, ਕਿਉਂਕਿ ਇਹਦੀ ਖਬਰ ਜ਼ਿਆਦਾ ਹਰ ਵੇਲੇ ਖਬਰ ਨਹੀਂ ਆਉਂਦੀ, ਮੀਡੀਆ ਦੇ ਵਿੱਚ ਨਹੀਂ ਆਉਂਦੀ। ਪਰ FBI ਨੇ ਜਦੋਂ ਰਿਪੋਰਟ ਜਾਰੀ ਕੀਤੀ ਹੈ, ਅਤੇ ਉਹਦੇ ਵਿੱਚ ਜਿੰਨੇ ਵੀ ਹੇਟ ਕ੍ਰਾਈਮਸ ਹੁੰਦੇ ਨੇ, ਭਾਵੇਂ ਕਾਲਿਆਂ ਦੇ ਖਿਲਾਫ ਨੇ, ਭਾਵੇਂ ਗੇਜ਼ ਦੇ ਖਿਲਾਫ ਨੇ,
ਭਾਵੇਂ ਏਸ਼ੀਅਨਸ ਦੇ ਖਿਲਾਫ ਨੇ, ਜੂਇਸ਼ ਕਮਿਊਨਿਟੀ ਦੇ ਖਿਲਾਫ ਨੇ, ਮੁਸਲਮਾਨਾਂ ਦੇ ਖਿਲਾਫ ਨੇ, ਉਹਦੇ ਵਿੱਚ ਜਿਹੜਾ ਟੋਟਲ ਹੇਟ ਕ੍ਰਾਈਮਸ ਦੇ ਵਿੱਚੋਂ ਤਕਰੀਬਨ 13 ਜਾਂ 14% ਰਿਲੀਜਨ ਬੇਸਡ ਹੇਟ ਕ੍ਰਾਈਮਸ ਨੇ। ਭਾਵ ਕਿ ਪੀਪਲ ਲੁੱਕ ਫॉर ਅਟੈਕਿੰਗ ਈਦਰ ਮੋਸਕ or a gurdwara or a Jewish synagogue or anything related to religion. So some people don't like Jewish community members or Muslims. So ਜਿਹੜੀ ਸਾਡੇ ਸਿੱਖਾਂ ਲਈ ਜਿਹੜੀ ਕੰਸਰਨਿੰਗ ਗੱਲ ਇਹ ਹੈ ਕਿ 67 ਕੇਸਿਸ ਹੋਏ ਨੇ ਹੇਟ ਕ੍ਰਾਈਮਸ ਅਗੇਂਸਟ ਸਿੱਖ ਕਮਿਊਨਿਟੀ, ਤੇ ਨੈਸ਼ਨਲ ਐਵਰੇਜ ਜੇ ਕੀਤੀ ਜਾਵੇ ਤੇ ਉਹਦੇ ਵਿੱਚ ਇਹ ਇਨਕਰੀਜ਼ ਹੋਇਆ। ਟੋਟਲ ਜਿਹੜੇ ਰਿਲੀਜਨ ਬੇਸਡ ਹੇਟ ਕ੍ਰਾਈਮਸ ਹੋਏ ਨੇ ਉਹ 6% ਮੈਨੇ ਟੋਟਲ ਜਿਹੜੇ ਹੇਟ ਕ੍ਰਾਈਮਸ ਨੇ ਉਹ 6% ਵਧੇ ਨੇ, ਪਰ ਜਿਹੜਾ ਰੇਸ਼ੀਓ ਹੈਗਾ ਪਰ ਹੇਟ ਕ੍ਰਾਈਮ ਪਰ ਮਿਲੀਅਨ ਉਹ ਸਾਡੇ ਸਾਰਿਆਂ ਲਈ ਕੰਸਰਨਿੰਗ ਹੈ ਵੀ ਸਿੱਖਾਂ ਦਾ ਜਿਹੜਾ ਰੇਸ਼ੀਓ ਉਹ ਵਧਿਆ। ਸੋ ਵੀਰੋ ਤੇ ਭੈਣੋ, ਮੈਂ ਇਹ ਬੇਨਤੀ ਕਰਨੀ ਚਾਹਾਂਗਾ, ਇਸ ਲਾਈਵ ਹੋਣ ਦਾ ਮਕਸਦ ਇਹ ਸੀਗਾ ਕਿ ਜਿੰਨੇ ਵੀ ਸਾਡੇ ਸਿੱਖ ਕਮਿਊਨਿਟੀ ਮੈਂਬਰਸ ਹਿੰਦੁਸਤਾਨ ਤੋਂ ਬਾਹਰ ਬੈਠੇ ਹੋ ਤੁਸੀਂ, we all need to be concerned, we all need to be vigilant, we all need to make sure ਜਿਹੜੇ ਸਾਡੇ ਬੱਚੇ ਨੇ they don't go through this experience। ਤੇ ਸਾਨੂੰ ਪੋਲੀਟੀਕਲੀ, ਸੋਸ਼ੀਅਲੀ, ਰਿਲੀਜੀਅਸਲੀ ਸਾਨੂੰ ਇਨਵੋਲਵ ਹੋਣ ਦੀ ਲੋੜ ਹੈ, ਆਪਣੇ ਬ੍ਰਿਜਸ ਆਫ ਅੰਡਰਸਟੈਂਡਿੰਗ ਬਿਲਡ ਕਰਨ ਦੀ ਲੋੜ ਹੈ। ਤੇ ਜਿਹੜੇ ਖਾਸ ਕਰਕੇ ਜਿਸ ਤਰ੍ਹਾਂ ਵੈਸਟਰਨ ਕੰਟਰੀਜ਼ ਨੇ, ਜਿਸ ਤਰ੍ਹਾਂ ਹੁਣ ਨਿਊਜ਼ੀਲੈਂਡ ਦਾ ਇੰਸੀਡੈਂਟ ਹੋਇਆ, ਜੇ ਉੱਥੇ ਕਿਸੇ ਨੇ ਇੱਕ ਟੈਰਰਿਸਟ ਨੇ ਸ਼੍ਰੀਲੰਕਾ ਤੋਂ ਉੱਥੇ 17-18 ਬੰਦਿਆਂ ਨੂੰ ਜ਼ਖਮੀ ਕਰ ਦਿੱਤਾ, ਬਾਅਦ ਦੇ ਵਿੱਚ ਪੁਲਿਸ ਨੇ ਉਹਨੂੰ ਮਾਰ ਦਿੱਤਾ, ਪਰ ਉਹ ਜਿਹੜੀ ਖਬਰ ਹੈ ਉਹ ਨੈਸ਼ਨਲ ਨਿਊਜ਼ ਇੱਥੇ ਵੀ ਬਣੀ ਹੈ, ਅਮਰੀਕਾ ਦੇ ਵਿੱਚ ਸਾਰੇ ਨੇਸ਼ਨ ਵਾਈਡ ਖਬਰ TV ਦੇ ਉੱਤੇ ਆਈ ਹੈ। ਤੇ ਲੋਕੀ ਡਿਸਟਿੰਗੁਇਸ਼ ਨਹੀਂ ਕਰ ਪਾਉਂਦੇ ਕਿ ਇਹ ਕੌਣ ਹੈ। ਉਹਨਾਂ ਨੇ ਤਾਲਿਬਾਨ ਨੂੰ ਵੀ ਸਾਡੇ ਨਾਲ ਜੋੜ ਕੇ ਦੇਖਣਾ ਹੈ, ਬਿਨ ਲਾਦਨ ਨੂੰ ਵੀ ਸਾਡੇ ਨਾਲ ਜੋੜ ਕੇ ਦੇਖਣਾ, ਜਿਹੜਾ ਵੀ ਟੈਰਰਿਜ਼ਮ ਦਾ, ਕਿਉਂਕਿ ਜਿਹੜੇ ਸਾਡੀ ਦਸਤਾਰ ਹੈ ਇਹ ਬੜੀ ਕਨਫਿਊਜ਼ਿੰਗ ਹੈ, ਹਾਲੇ ਵੀ ਇਹਦੇ ਬਾਰੇ ਅੰਡਰਸਟੈਂਡਿੰਗ ਨਹੀਂ ਹੈਗੀ। ਸੋ ਵੀ ਆਲ ਨੀਡ ਟੂ ਡੂ ਕੰਟੀਨਿਊਸਲੀ ਡੂ ਆਰ ਐਫਰਟਸ। ਸਾਨੂੰ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਤੇ ਐਜੂਕੇਟ ਕਰਨਾ ਜ਼ਰੂਰੀ ਹੈ। ਗੁਰਦੁਆਰਿਆਂ ਦੇ ਬਾਹਰ ਸਾਨੂੰ ਸਾਈਨਸ ਲਗਾਉਣ ਦੀ ਲੋੜ ਹੈ ਕਿ ਹੂ ਸਿੱਖਸ ਆਰ, ਤੇ ਅਸੀਂ ਆਪਣੇ ਗੁਰਦੁਆਰੇ ਦੇ ਬਾਹਰ ਜਿਹੜਾ ਹੈ ਉਹ ਵੱਡਾ ਬੋਰਡ ਹੈ ਜਿਹਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਆਉਂਦੀਆਂ ਨੇ। ਸੋ ਪੀਪਲ ਆਰ ਏਬਲ ਟੂ ਅੰਡਰਸਟੈਂਡ ਕਿ ਇਹ ਵੱਖਰਾ ਧਰਮ ਹੈ, ਇਹਨੂੰ ਕਨਫਿਊਜ਼ ਨਾ ਕੀਤਾ ਜਾਵੇ ਮਿਡਲ ਈਸਟ ਲੋਕਾਂ ਨਾਲ ਜਾਂ ਤਾਲਿਬਾਨ ਦੇ ਨਾਲ ਜਾਂ ਟੈਰਰਿਜ਼ਮ ਦੇ ਨਾਲ। ਸੋ ਇਹ ਸਾਰੇ ਐਫਰਟਸ ਸਾਨੂੰ ਕਲੈਕਟਿਵਲੀ, ਗੁਰਦੁਆਰਾ ਲੀਡਰਸ਼ਿਪ ਵੀ ਤੇ ਇੰਡੀਵਿਜੂਅਲਸ ਵੀ, ਜਿੰਨੇ ਸਾਡੇ ਬੰਦੇ ਹੈਗੇ ਨੇ, ਕੋਵਿਡ ਦੇ ਦੌਰਾਨ ਵੀ ਇਹ ਚੀਜ਼ਾਂ ਵਾਪਰ ਰਹੀਆਂ ਨੇ। ਸਾਨੂੰ ਇਹ ਅਵੇਸਲੇ ਹੋਣਾ ਸਾਡੇ ਲਈ ਇਸ ਵੇਲੇ ਦਾ ਇਹ ਘੜੀ ਦੀ ਲੋੜ ਨਹੀਂ ਹੈ। ਮੈਨੇ ਘੜੀ ਇਸ ਵੇਲੇ ਸਾਡੀ ਲੋੜ ਹੈ ਕਿ ਅਸੀਂ ਇਨਵੋਲਵ ਹੋਈਏ, ਵਿਜੀਲੈਂਟ ਜਿਹੜਾ ਆਪਣਾ ਸਾਡਾ ਐਟੀਟਿਊਡ ਹੋਣਾ ਚਾਹੀਦਾ ਹੈ, ਤੇ ਗੁਰਦੁਆਰਿਆਂ ਦੇ ਆਲੇ ਦੁਆਲੇ ਸਿਕਿਉਰਿਟੀ ਸਿਸਟਮ ਨੂੰ ਅਸੀਂ ਪੂਰਾ ਉਹਨੂੰ ਚੈੱਕ ਕਰੀਏ। ਤੇ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਕਿ ਅਸੀਂ ਗਵਰਨਮੈਂਟਲ ਲੈਵਲ ਦੇ ਉੱਤੇ ਵੀ ਰਿਲੇਸ਼ਨਸ਼ਿਪ ਹੋਰ ਉਹਨਾਂ ਨੂੰ ਗੂੜੇ ਬਣਾਈਏ ਆਪਣੇ ਆਪਣੇ ਕੰਟਰੀਜ਼ ਦੇ ਵਿੱਚ। ਖਾਸ ਕਰਕੇ ਅਮਰੀਕਾ ਦੇ ਵਿੱਚ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਹਰ ਗੁਰਦੁਆਰਾ ਜ਼ਰੂਰ ਆਪਣੇ ਲੋਕਲ ਕਾਂਗਰਸਮੈਨ, ਸੈਨੇਟਰ ਦੇ ਨਾਲ ਸੰਪਰਕ ਬਣਾਵੇ, ਲੋਕਲ ਪੁਲਿਸ ਚੀਫਸ ਦੇ ਨਾਲ ਸੰਪਰਕ ਬਣਾਵੇ, ਪੁਲਿਸ ਡਿਪਾਰਟਮੈਂਟਸ ਦੇ ਨਾਲ ਸੰਪਰਕ ਬਣਾਵੇ ਐਂਡ ਇਨਵਾਈਟ them ਟੂ ਵਿਜ਼ਿਟ। ਤੇ ਜੇ ਅਸੀਂ ਕੁਛ ਨਾ ਕੁਛ ਐਫਰਟਸ ਕਰ ਸਕੀਏ ਆਪਣੇ ਭੈਣਾਂ ਭਰਾਵਾਂ ਲਈ ਜਿਹੜੇ ਸਾਡੇ ਲੋਕਲ ਵਸਦੇ ਨੇ, ਉਹ ਸਾਡੇ ਸਾਰਿਆਂ ਲਈ ਬੜਾ ਹੈਲਪਫੁਲ ਹੋਏਗਾ। ਮੈਂ ਆਪਣੇ ਗੁਰਦੁਆਰਾ ਸਾਹਿਬ ਦੀ ਦੱਸਣਾ ਚਾਹੁੰਦਾ, ਹਾਂਜੀ ਆਪਣੇ ਸਰਦਾਰ ਸਾਹਿਬ ਨੇ ਜਿਹੜੇ ਅਫਗਾਨਿਸਤਾਨ ਤੋਂ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ। ਅਸੀਂ ਵੀ ਆਰ ਆਲਵੇਜ਼ ਪ੍ਰੇਇੰਗ ਫॉर ਦ ਵੈਲਬੀਇੰਗ ਆਫ ਸਾਡੇ ਅਫਗਾਨ ਬ੍ਰਦਰਸ ਐਂਡ ਸਿਸਟਰਸ। You guys have gone through a lot of difficult time, ਪਰ ਮੈਂ ਸਲੂਟ ਹੈ ਇਹਨਾਂ ਸਿੱਖ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਇੰਨੀ ਡਿਫਿਕਲਟੀ ਦੇ ਬਾਵਜੂਦ ਵੀ ਆਪਣੀ ਦਸਤਾਰ ਨਹੀਂ ਉਤਾਰੀ, ਆਪਣੇ ਸਿੱਖੀ ਸਰੂਪ ਨੂੰ ਨਹੀਂ ਵਿਗਾੜਿਆ। ਉਹ ਹਮੇਸ਼ਾ ਜਿਹੜਾ ਇੱਕ ਉਹਨਾਂ ਦੇ 'ਚ ਜਜ਼ਬਾ ਬਣਿਆ ਰਿਹਾ ਹੈ। ਸੋ ਉਸ ਗੱਲ ਦੀ ਇਹਨਾਂ ਨੂੰ ਦਾਦ ਦੇਣੀ ਚਾਹੀਦੀ ਹੈ ਸਾਡੇ ਅਫਗਾਨ ਸਿੱਖ ਭੈਣਾਂ ਭਰਾਵਾਂ ਨੂੰ, ਬੜੇ ਜਿਹੜੇ ਪੱਕੇ ਨੇ ਆਪਣੇ ਬਿਲੀਫ ਸਿਸਟਮ ਦੇ ਵਿੱਚ।
ਇਹ ਉਹ ਲੋਕ ਨੇ ਜਿਨ੍ਹਾਂ ਦੀ ਜਿਹੜੀ ਰੂਟਸ ਨੇ ਉਹ ਇਟ ਗੋਜ਼ ਬੈਕ ਟੂ ਆਲਮੋਸਟ ਟੂ ਗੁਰੂ ਨਾਨਕ's time. ਆਈ ਨੋ ਪੀਪਲ ਰੇਜ਼ ਕਿ ਜੀ ਸਾਡੇ ਬੰਦੇ ਡਰੱਗਸ ਦੇ ਵਿੱਚ ਨੇ, ਉਹ ਦੇਖੋ ਉਹ ਜਿਹੜੀਆਂ ਇਸ਼ੂਜ਼ ਨੇ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਹੁੰਦੀਆਂ ਨੇ, ਪਰ ਐਜ਼ ਏ ਕਮਿਊਨਿਟੀ ਕੋਲੈਕਟਿਵਲੀ ਕੈਨੇਡਾ ਦੇ ਵਿੱਚ ਸਿੱਖਾਂ ਦੀ ਇਮੇਜ ਅੱਛੀ ਹੈ। ਸਾਨੂੰ ਹਲੇ ਵੀ ਹੋਰ ਅੱਛੀ ਕਰਨ ਦੀ ਲੋੜ ਹੈ, ਐਜੂਕੇਟ ਕਰਨ ਦੀ ਲੋੜ ਹੈ। ਜਿਹੜੇ ਬੰਦੇ ਜਾਂ ਕੋਈ ਇੱਦਾਂ ਦੇ ਕ੍ਰਾਈਮਸ ਦੇ ਵਿੱਚ ਇਨਵੋਲਵ ਹੁੰਦੇ ਨੇ ਉਹ ਸਾਡੇ ਸਾਰਿਆਂ ਲਈ ਉਹਦਾ ਬਹੁਤ ਨੁਕਸਾਨ ਹੁੰਦਾ। ਸੋ ਵੀਰੋ ਤੇ ਭੈਣੋ, ਖਾਸ ਕਰਕੇ ਨੌਜਵਾਨ ਵੀਰ ਜਿਹੜੇ ਇੰਡੀਆ ਤੋਂ ਆਉਂਦੇ ਨੇ, ਡੋਂਟ ਟਰਾਈ ਟੂ ਮੇਕ ਈਜ਼ੀ ਮਨੀ, ਡੋਂਟ ਟਰਾਈ ਟੂ ਮਲਾਈਨ ਦ ਨੇਮ ਐਂਡ ਦ ਇਮੇਜ ਆਫ ਦ ਸਿੱਖ ਕਮਿਊਨਿਟੀ। ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਮਿਹਨਤ ਕਰੋ, ਮਿਹਨਤ ਕਰੋਗੇ ਤੇ ਸਕਸੈਸ ਤੁਹਾਨੂੰ ਆਏਗੀ। ਡੋਂਟ ਟਰਾਈ ਟੂ ਮੇਕ ਈਜ਼ੀ ਮਨੀ, ਈਦਰ ਟਰੱਕਿੰਗ ਦੇ ਵਿੱਚ ਜਾ ਕੇ ਜਾਂ ਡਰੱਗ ਵੇਚਣ ਵਾਲਾ ਕੰਮ ਨਾ ਕਰੋ, ਇਹਦੇ ਨਾਲ ਸਾਰੀ ਕਮਿਊਨਿਟੀ ਨੂੰ ਨੁਕਸਾਨ ਹੁੰਦਾ ਹੈ। ਸੋ ਲੈਟਸ ਕਮ ਬੈਕ ਟੂ ਦ ਮੇਨ ਇਸ਼ੂ, the reason I wanted to come live today ਕਿ ਜਿਹੜਾ ਜੋ ਕੁਛ ਅਫਗਾਨਿਸਤਾਨ ਦੇ ਵਿੱਚ ਹੋਇਆ ਤੇ ਉਹਦਾ ਜਿਹੜਾ ਸਪਿਲ ਓਵਰ ਇਫੈਕਟ ਹੈਗਾ ਉਹ ਸਾਰੀ ਸਿੱਖ ਕਮਿਊਨਿਟੀ ਤੇ ਹੋਏਗਾ ਵਰਲਡ ਵਾਈਡ, ਯੂਰਪ ਦੇ ਵਿੱਚ ਵੀ, ਤੇ ਹੁਣ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਅੱਜ ਇੰਸੀਡੈਂਟ ਹੋਇਆ ਜਿਹਦੇ ਵਿੱਚ 17-18 ਬੰਦੇ ਮਾਰ ਦਿੱਤੇ ਗਏ ਨੇ। ਇਸ ਚੀਜ਼ ਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ। ਤੇ ਜਿਸ ਤਰ੍ਹਾਂ ਰਿਪੋਰਟਿੰਗ ਹੋਈ ਹੈ ਅਮਰੀਕਾ ਦੇ ਵਿੱਚ ਹੇਟ ਕ੍ਰਾਈਮਸ ਦੀ, ਉਹਦੇ ਵਿੱਚ ਸਿੱਖਾਂ ਦੇ ਖਿਲਾਫ ਹੋਏ ਜਿਹੜੇ ਹੇਟ ਕ੍ਰਾਈਮਸ ਨੇ ਉਹਨਾਂ ਦਾ ਨੰਬਰ ਵਧਿਆ, ਔਰ ਉਹ ਪਰ ਮਿਲੀਅਨ ਜਿਹੜਾ ਰੇਸ਼ੀਓ ਹੈ ਉਹ ਜ਼ਿਆਦਾ ਹੈਗਾ। ਸੋ ਵਿਚ ਇਜ਼ ਨਾਟ ਅ ਗੁੱਡ ਸਾਈਨ। ਤੇ ਇਹਦਾ ਮਤਲਬ ਹੈ ਕਿ ਸਾਡੀ ਕਮਿਊਨਿਟੀ ਨੂੰ ਹਲੇ ਬਹੁਤ ਆਪਣੇ ਧਰਮ ਬਾਰੇ, ਆਪਣੀ ਆਇਡੈਂਟੀਟੀ ਬਾਰੇ ਐਜੂਕੇਟ ਕਰਨ ਦੀ ਲੋੜ ਹੈ। ਇਹਦੇ ਬਾਰੇ ਵੀ ਅਸੀਂ ਪਲਾਨ ਬਣਾ ਰਹੇ ਹਾਂ ਜੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ 2017 ਦੇ ਵਿੱਚ 2017 ਦੇ ਵਿੱਚ ਵੀ ਲਾਂਚਡ a PR campaign that was very successful. We got all the statistics measured ਵੀ ਉਹਦਾ ਕੀ ਫਾਇਦਾ ਹੋਇਆ ਸੀ। ਪ੍ਰੋਫੈਸ਼ਨਲੀ ਅਸੀਂ ਉਹ ਐਡ ਕੈਂਪੇਨ ਰਨ ਕੀਤੀ ਸੀ। ਉਹ ਅਸੀਂ ਐਡਸ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ। ਇਟਸ ਅ 30-second ad which was prepared by President Obama's media team and Hillary Clinton's strategic team and President Bush's marketing team. ਇਹ ਤਿੰਨਾਂ ਟੀਮਾਂ ਨੂੰ ਅਸੀਂ ਹਾਇਰ ਕਰਕੇ ਉਹਨਾਂ ਤੋਂ ਐਡਸ ਬਣਾਈਆਂ ਸੀ। ਔਰ those ads are still are applicable, still relevant, they are very effective. ਔਰ ਉਸ ਚੀਜ਼ ਨੂੰ ਸਾਨੂੰ ਦੁਬਾਰਾ ਰਿਵਾਈਵ ਕਰਨ ਦੀ ਲੋੜ ਹੈ। ਅਤੇ ਅਸੀਂ ਇੱਕ ਹੋਰ ਵੀ ਪਲਾਨ ਬਣਾ ਰਹੇ ਹਾਂ ਕਿ ਹਾਂਜੀ ਅਸੀਂ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਨੇ, ਆਈ ਐਮ ਇਨ ਟੱਚ ਵਿਦ ਪਰਮਜੀਤ ਸਿੰਘ ਬੇਦੀ ਜਿਹੜੇ ਕਿ ਨਿਊਯਾਰਕ ਦੇ ਵਿੱਚ ਇਨਵੋਲਵਡ ਨੇ, ਦਲੀਪ ਸਿੰਘ ਸੇਠੀ ਲਾਸ ਐਂਜਲਸ ਤੋਂ, ਅਤੇ ਵਿਕਰਮਜੀਤ ਸਿੰਘ ਸਾਨੀ ਫਰੋਮ ਦਿੱਲੀ, ਜਿਹੜੇ ਕਿ ਇਹ ਸਾਰੇ ਅਫਗਾਨਿਸਤਾਨ ਦੇ ਵੀਰਾਂ ਭੈਣਾਂ ਦੀ ਟੇਕ ਕੇਅਰ ਕਰ ਰਹੇ ਨੇ। ਅਤੇ ਅਸੀਂ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕੈਨੇਡਾ ਲਿਆਂਦਾ ਜਾਵੇ। ਸੋ ਉਹ ਕੋਸ਼ਿਸ਼ਾਂ ਜਾਰੀ ਰਹਿਣਗੀਆਂ, ਅਸੀਂ ਉਹਨਾਂ ਨੂੰ ਜ਼ਰੂਰ ਸਪੋਰਟ ਕਰਾਂਗੇ। ਅਤੇ ਐਨੀ ਟਾਈਮ ਐਨੀਬਡੀ ਨੀਡਸ ਟੂ ਰੀਚ ਆਊਟ ਟੂ ਐਨੀ ਆਫ ਦੀਜ਼ ਇੰਡੀਵਿਜੂਅਲਸ, ਪਲੀਜ਼ ਤੁਸੀਂ ਮੇਰੇ ਫੇਸਬੁੱਕ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ, ਜਾਂ ਇਸ ਕਮਿਊਨੀਕੇਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਮੈਸੇਜ ਕਰ ਦੇਣਾ। ਸੋ ਕਮਿੰਗ ਬੈਕ ਟੂ ਦ ਇਸ਼ੂ ਇਜ਼ ਕਿ ਜਿਹੜਾ ਸਾਡੀਆਂ ਜਿਹੜੀਆਂ ਇਹ ਐਡਸ ਨੇ, ਇਹਨਾਂ ਐਡਸ ਨੂੰ ਅਸੀਂ ਦੁਬਾਰਾ ਰਨ ਕਰਨਾ ਚਾਹੁੰਦੇ ਹਾਂ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਤੁਸੀਂ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੋ, ਵੱਧ ਤੋਂ ਵੱਧ ਲੋਕਾਂ ਨੂੰ ਇਹ ਐਡਸ ਦੇਖਣ ਦਾ ਮੌਕਾ ਮਿਲੇ, ਅਤੇ ਅਸੀਂ ਆਪਣੇ ਜਿਹੜੇ ਕਮ ਸੇ ਕਮ ਫਰੈਂਡਸ ਨੇ, ਕੋ-ਵਰਕਰਸ ਨੇ, ਜਿੱਥੇ ਸਾਡੇ ਸਕੂਲ ਬੱਚੇ ਜਾਂਦੇ ਨੇ, ਉਹਨਾਂ ਨੂੰ, ਟੀਚਰਸ ਨੂੰ, ਉੱਥੇ ਜਿਹੜੇ ਸਟੂਡੈਂਟਸ ਨੇ, ਉਹ 30 ਸੈਕਿੰਡ ਦੀ ਐਡ ਤੁਸੀਂ ਦਿਖਾ ਸਕਦੇ ਹੋ ਵੀ ਹੂ ਆਰ ਵੀ, ਅਸੀਂ ਕੌਣ ਹੈਗੇ ਹਾਂ। ਉਹ ਅਸੀਂ ਦੁਬਾਰਾ ਰਨ ਕਰਾਂਗੇ। ਪਰ ਨਾਲ ਦੀ ਨਾਲ ਵੀਰੋ ਅਤੇ ਭੈਣੋ, ਅਸੀਂ ਇੱਕ ਹੋਰ ਵੀ ਪਲਾਨ ਬਣਾ ਰਹੇ ਹਾਂ, ਕਿਉਂਕਿ ਇਹ ਗੱਲ ਲੰਬੀ ਹੋ ਜਾਏਗੀ ਜ਼ਰਾ। ਜਿਹੜੇ ਕੋਈ ਸਵਾਲ ਕਰਨਾ ਚਾਹੁੰਦਾ ਹੈ, ਆਈ ਐਮ ਫਰੀ ਟੂ ਆਨਸਰ ਐਨੀ ਕੁਐਸਚਨ। ਜਿਹੜਾ ਇੱਕ ਹੋਰ ਅਸੀਂ ਐਕਸਪੈਰੀਮੈਂਟ ਕੀਤਾ ਸੀ ਕਿ ਜਿਹੜੇ ਬੱਚੇ ਨੇ, ਜਿਹੜੇ ਉਹ ਸਵੇਰੇ ਜਦੋਂ ਉੱਠਦੇ ਨੇ ਅਤੇ ਤਿਆਰ ਹੁੰਦੇ ਨੇ, ਬ੍ਰੈਕਫਾਸਟ ਖਾਂਦੇ ਨੇ, ਦੇ ਆਲ ਵਾਚ ਟੈਲੀਵਿਜ਼ਨ। ਸਾਡੇ ਆਪਣੇ ਘਰ ਦੇ ਵਿੱਚ ਵੀ ਅਸੀਂ ਕਈ ਵਾਰੀ ਬੱਚਿਆਂ ਨੂੰ ਬਿਠਾ ਦਿੰਦੇ ਸੀਗੇ, ਉਹਨਾਂ ਦਾ ਜੂੜਾ ਕਰਨਾ ਹੈ, ਗੁੱਤਾਂ ਕਰਨੀਆਂ ਨੇ, ਅਤੇ ਉਹ ਕਾਰਟੂਨਸ ਦੇਖਦੇ ਸੀਗੇ, ਜਿਹੜੇ ਖਾਸ ਕਰਕੇ ਐਜੂਕੇਸ਼ਨਲ ਕਾਰਟੂਨਸ ਨੇ, ਜਿਨ੍ਹਾਂ ਨੂੰ PBS ਦੇ ਵਿੱਚ ਦਿਖਾਇਆ ਜਾਂਦਾ। ਉਸ ਦੇ ਵਿੱਚ 15 ਸੈਕਿੰਡਸ ਦੀਆਂ ਐਡਸ ਬਣਾਈਆਂ ਗਈਆਂ ਸੀ ਸਿੱਖਾਂ ਬਾਰੇ।
ਵੀ ਗੁੱਤ ਕਿਉਂ ਲੰਬੀ ਰੱਖਦੇ ਆ ਕੁੜੀਆਂ, ਸਿੱਖ ਕੁੜੀਆਂ, ਜੂੜਾ ਕੀ ਹੁੰਦਾ ਹੈ, ਪਟਕਾ ਕੀ ਹੁੰਦਾ ਹੈ, ਸਿੱਖ ਕੌਣ ਨੇ। ਉਹ ਐਡਸ ਅਸੀਂ ਫਰੈਜ਼ਨੋ ਦੇ ਵਿੱਚ ਤਕਰੀਬਨ 30 ਮੀਲ ਦੇ ਰੇਡੀਅਸ ਦੇ ਵਿੱਚ ਇਹ ਐਡਸ ਚਲਾਈਆਂ ਸੀ ਅਤੇ ਉਹਦਾ ਬੜਾ ਇੰਪੈਕਟ ਹੋਇਆ ਔਰ ਕੋਸਟ ਵਾਸ ਮਿਨੀਮਲ। ਅਤੇ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਛੋਟੇ ਲੈਵਲ 'ਤੇ ਜੋ ਅਸੀਂ ਬੱਚਿਆਂ ਨੂੰ ਐਜੂਕੇਟ ਕਰਨਾ ਸ਼ੁਰੂ ਕਰ ਦਈਏ ਆਪਣੇ ਧਰਮ ਬਾਰੇ, ਆਪਣੀਆਂ ਪਰੰਪਰਾਵਾਂ ਬਾਰੇ, ਪਟਕਾ ਬਾਰੇ, ਹਾਂਜੀ, ਦਸਤਾਰ ਬਾਰੇ, ਵਾਲ ਅਸੀਂ ਕਿਉਂ ਰੱਖਦੇ ਹਾਂ, ਇਹਦੇ ਨਾਲ ਸ਼ੁਰੂ ਤੋਂ ਜਿਹੜੇ ਛੋਟੇ ਬੱਚਿਆਂ ਨੂੰ ਜੇ ਅਸੀਂ ਐਜੂਕੇਟ ਕਰਦੇ ਹਾਂ ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੁਲਿੰਗ ਘੱਟ ਹੁੰਦੀ ਹੈ ਸਕੂਲ ਦੇ ਵਿੱਚ। ਬੱਚੇ, ਸਾਡੇ ਬੱਚਿਆਂ ਦੇ ਉੱਤੇ ਉਹਨਾਂ ਨੂੰ ਅਸੀਂ ਇਸ ਚੀਜ਼ ਨੂੰ ਪ੍ਰੀਵੈਂਸ਼ਨ ਦੇ ਵਿੱਚ ਬਹੁਤ ਹੈਲਪ ਮਿਲ ਸਕਦੀ ਹੈ। ਸੋ ਉਹ ਜਿਹੜੇ ਐਡਸ ਅਸੀਂ ਬੜੀ ਛੇਤੀ ਬਣਾ ਕੇ we will share it with you and we want everybody to get involved in this project। ਹਾਂਜੀ, ਅਤੇ ਬਿਲਕੁਲ ਜੀ ਭੈਣ ਜੀ ਤੁਹਾਡੀ ਗੱਲ ਹੈ ਕਿ PTC ਪੰਜਾਬੀ ਚੜ੍ਹਦੀ ਕਲਾ ਟਾਈਮ TV ਦੇ ਉੱਤੇ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਐਡਸ ਚਲਾਉਣ। ਦੇ ਆਰ ਫ੍ਰੀ, ਦੇ ਕੈਨ ਰਨ ਥੀਜ਼ ਐਡਸ। ਇਹ ਸਾਨੂੰ ਸਾਰਿਆਂ ਨੂੰ ਲੋੜ ਹੈ ਅਤੇ ਖਾਸ ਕਰਕੇ ਇਹ 9/11 ਦਾ ਜਿਹੜਾ 20th ਐਨੀਵਰਸਰੀ ਆ ਰਹੀ ਹੈ, ਇਹਦੇ ਵਿੱਚ ਗਵਰਨਮੈਂਟ ਬੜੀ ਵਿਜੀਲੈਂਟ ਹੈ ਕਿ ਕੋਈ ਨਾ ਕੋਈ ਇੱਦਾਂ ਦੇ ਟੈਰੋਰਿਸਟ ਗਰੁੱਪਸ ਹੇਟ ਕ੍ਰਾਈਮਸ ਕਰਨਗੇ। ਅਫਗਾਨਿਸਤਾਨ ਦੇ ਵਿੱਚ ਵੀ ਕਰ ਸਕਦੇ ਨੇ ਜਾਂ ਕਿਤੇ ਹੋਰ ਕਿਸੇ ਕੰਟਰੀ ਦੇ ਵਿੱਚ ਵੀ। ਜਦੋਂ ਕਿਸੇ ਅਮਰੀਕਨ ਦੇ ਉੱਤੇ ਜਾਂ ਵੈਸਟਰਨ ਲੋਕਾਂ ਦੇ ਉੱਤੇ ਅਟੈਕ ਹੁੰਦਾ, ਉਹਦਾ ਅਸਰ ਸਾਡੇ 'ਤੇ ਹੋਣਾ। ਸੋ ਇਸ ਕਰਕੇ ਸਾਨੂੰ ਪਹਿਲਾਂ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ ਔਰ ਸਾਰਿਆਂ ਦਾ ਇੱਕ ਕਲੈਕਟਿਵ ਐਫਰਟ ਹੋਣਾ ਚਾਹੀਦਾ ਹੈ, ਇਕੱਲੀ ਕਿਸੇ ਇੱਕ ਬੰਦੇ ਦਾ ਨਹੀਂ, ਇਕੱਲੀ ਇੱਕ ਜਥੇਬੰਦੀ ਨਾਲ। ਵੀ ਆਲ ਨੀਡ ਟੂ ਡੂ ਸਮਥਿੰਗ ਅਬਾਊਟ ਆਵਰ ਓਨ ਫੇਥ ਕਮਿਊਨਿਟੀ, ਆਵਰ ਓਨ ਰਿਲੀਜਨ। ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ। ਹਾਲੇ ਵੀ ਬਹੁਤ ਜ਼ਿਆਦਾ ਇਗਨੋਰੈਂਸ ਹੈਗੀ ਹੈ ਅਤੇ ਜੇ ਬਾਹਰ ਜਾ ਕੇ ਕਿਸੇ ਨੂੰ ਪੁੱਛੋਗੇ, ਈਵਨ ਤੁਸੀਂ ਕੈਨੇਡਾ ਦੇ ਵਿੱਚ ਵੀ ਜਾ ਕੇ ਜੇ ਤੁਸੀਂ ਪੁੱਛੋਗੇ ਨਾ, ਹਾਲਾਂਕਿ ਉੱਥੇ ਡਿਫੈਂਸ ਮਿਨਿਸਟਰ ਸਾਡੇ ਹਰਜੀਤ ਸਿੰਘ ਸੱਜਣ ਨੇ, 17-18 MP ਨੇ, ਪਰ ਆਮ ਜੇ ਕੈਨੇਡੀਅਨਸ ਨੂੰ ਪੁੱਛੋਗੇ ਨਾ ਜੀ ਕਿ ਸਿੱਖਾਂ ਦਾ ਧਾਰਮਿਕ ਸਿਸਟਮ ਕੀ ਹੈ ਜਾਂ ਇਹਨਾਂ ਦਾ ਫਾਊਂਡਰ ਆਫ ਰਿਲੀਜਨ ਕੌਣ ਹੈ, I can bet that they would not know it. They will not know as people would know about Buddha or about Muhammad or about Moses or about Christ. People don't know who Guru Nanak is. So we have a lot of work cut out for ourselves. ਪਰ ਅਸੀਂ ਕੀ ਹੁੰਦੇ ਹਾਂ ਕਿ ਅਸੀਂ ਸਾਰੀਆਂ ਦੂਜੇ ਮਸਲੇ ਨੇ, ਹੋਰ ਜਿਹੜੇ ਸਾਡੇ ਕੰਟਰੋਵਰਸੀ ਵਾਲੇ ਇਸ਼ੂਜ਼ ਨੇ, ਉਹਨਾਂ ਦੇ ਵਿੱਚ ਲਿਆ ਕੇ ਅਸੀਂ ਇੰਨਾ ਟਾਈਮ ਵੇਸਟ ਕਰਦੇ ਹਾਂ, ਵੈਲਿਊਬਲ ਟਾਈਮ, ਅਤੇ ਸਾਡੇ ਐਫਰਟਸ, ਐਨਰਜੀ, ਰਿਸੋਰਸਿਸ ਇਹਨਾਂ ਕੰਮਾਂ ਦੇ ਵਿੱਚ ਲੱਗ ਜਾਂਦੇ ਨੇ ਅਤੇ ਵੀ ਜਸਟ ਡੋਂਟ ਅਚੀਵ ਐਨੀਥਿੰਗ। ਹਰ ਸਾਲ ਸਾਨੂੰ ਲੇਖਾ ਜੋਖਾ ਕਰਨਾ ਚਾਹੀਦਾ ਹੈ। ਜਦੋਂ ਪੁਰਾਣੇ ਸਮਿਆਂ ਦੇ ਵਿੱਚ ਵੀ ਵਿਸਾਖੀ ਦੇ ਉੱਤੇ ਸਿੱਖ ਇਕੱਠੇ ਹੁੰਦੇ ਸੀਗੇ, ਹਾਂਜੀ, ਜਾਂ ਦੀਵਾਲੀ 'ਤੇ ਲੋਕ ਇਕੱਠੇ ਹੁੰਦੇ ਸੀਗੇ ਅਤੇ ਅਸੈਸਮੈਂਟ ਕਰਦੇ ਸੀਗੇ ਕਿ ਸਾਡਾ ਪੰਥ ਕਿੱਥੇ ਹੈ। ਵੀ ਡੋਂਟ ਹੈਵ ਐਨੀ ਕਾਈਂਡ ਆਫ ਰਿਪੋਰਟਿੰਗ ਬੈਕ ਟੂ ਦ ਕਮਿਊਨਿਟੀ ਕਿ ਵੇਅਰ ਹੈਵ ਵੀ ਬਿਨ, ਅਤੇ ਅਸੀਂ ਕੀ ਸਾਡਾ ਹੁਣ ਤੱਕ ਸਾਡਾ ਮੀਲ ਪੱਥਰ ਕਿੱਥੇ ਤੱਕ ਅਸੀਂ ਪਹੁੰਚੇ ਹਾਂ। ਸੋ ਦੀਜ਼ ਆਰ ਸਮ ਆਫ ਦੀ ਸੈਲਫ ਰਿਫਲੈਕਸ਼ਨ ਸਾਨੂੰ ਐਜ਼ ਏ ਕਮਿਊਨਿਟੀ ਲੈਵਲ ਦੇ ਉੱਤੇ ਕਰਨ ਦੀ ਲੋੜ ਹੈਗੀ ਹੈ। ਪਰ ਅੱਜ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰਨੀ ਸੀ ਕਿ ਅਫਗਾਨਿਸਤਾਨ ਦੇ ਵਿੱਚ ਜੋ ਹੋਇਆ, ਤਾਲਿਬਾਨ ਨੇ ਜਿਸ ਤਰ੍ਹਾਂ ਦਾ ਹੋਇਆ, ਟੈਰੋਰਿਸਟ ਅਟੈਕ ਹੋਇਆ ਜਿਹਦੇ ਵਿੱਚ 13 ਅਮਰੀਕਨ ਸੋਲਜਰਸ ਮਾਰੇ ਗਏ ਅਤੇ 200 ਅਫਗਾਨਿਸਤਾਨ ਦੇ ਲੋਕ ਵਿਚਾਰੇ ਉੱਥੇ ਅਜਾਈਂ ਉਹਨਾਂ ਦੀ ਜਾਨ ਚਲੀ ਗਈ ਇੱਕ ਟੈਰੋਰਿਸਟ ਅਟੈਕ ਦੇ ਵਿੱਚ। ਉਹਦੀ ਜਿਹੜੀ ਨਿਊਜ਼ ਹੈ, ਉਹਦੇ ਉਹ ਇੱਕ ਨੈਗੇਟਿਵ ਇਮੇਜ ਹੈ, ਜਿਹੜੇ ਗਨਸ ਫੜ ਕੇ ਜਿਹੜੇ ਇੱਕ ਪੱਗਾਂ ਵਾਲੇ ਬੰਦੇ ਉੱਥੇ ਖੜ੍ਹੇ ਨੇ, ਅਤੇ ਉਹਦਾ ਜਿਹੜਾ ਉਹ ਇਮੇਜਿੰਗ ਹੈ ਉਹ ਬੜੀ ਸਾਡੇ ਲਈ ਨੈਗੇਟਿਵ ਹੈ ਕਿਉਂਕਿ ਲੋਕ ਕਨਫਿਊਜ਼ ਹੁੰਦੇ ਨੇ ਸਿੱਖ ਦਸਤਾਰ ਨੂੰ ਦੇਖ ਕੇ। ਅਤੇ ਇਸ ਕਰਕੇ ਸਾਨੂੰ ਐਜੂਕੇਟ ਕਰਨਾ ਬੜਾ ਜ਼ਰੂਰੀ ਹੈ। ਜਿੱਥੇ ਜਿੱਥੇ ਵੀ ਅਸੀਂ ਹੈਗੇ ਹਾਂ, ਜਿਹੜੀ ਕੰਟਰੀ 'ਚ ਅਸੀਂ ਹੈਗੇ ਹਾਂ, ਵੀ ਸ਼ੁੱਡ ਐਜੂਕੇਟ ਪੀਪਲ ਹੂ ਵੀ ਆਰ। ਜੇ ਤੁਹਾਨੂੰ ਅਸੀਂ ਐਡਸ ਮੈਂ ਸ਼ੇਅਰ ਕਰਾਂਗਾ ਆਪਣੇ ਫੇਸਬੁੱਕ ਪੇਜ ਦੇ ਉੱਤੇ, ਪਲੀਜ਼ ਸ਼ੇਅਰ ਦੀਜ਼ ਐਡਸ ਟੂ ਐਜ਼ ਮਨੀ ਪੀਪਲ ਐਜ਼ ਪੋਸੀਬਲ ਐਟ ਯੋਰ ਵਰਕ ਪਲੇਸ, ਐਟ ਯੋਰ ਸਕੂਲ, ਬੱਚੇ ਜਿੱਥੇ ਜਾਂਦੇ ਨੇ। ਅਤੇ ਦੂਜੀ ਗੱਲ ਜਿਹੜੀ ਹੈ ਕਿ ਜਿੱਥੇ ਜਿੱਥੇ ਵੀ ਗੁਰਦੁਆਰੇ ਨੇ, ਜਿਹੜੀਆਂ ਕੰਟਰੀਆਂ 'ਚ ਗੁਰਦੁਆਰੇ ਨੇ, ਉਹਨਾਂ ਗੁਰਦੁਆਰਿਆਂ ਦੇ ਬਾਹਰ ਤੁਸੀਂ LED ਸਾਈਨ ਲਗਵਾਓ। ਤੁਸੀਂ ਉੱਥੇ ਲਿਖ ਦਿੰਦੇ ਹੋ ਸਿੱਖ ਗੁਰਦੁਆਰਾ ਜਾਂ ਸਿੱਖ ਟੈਂਪਲ। ਉਹ ਜਿਹੜਾ SIKH, ਪੀਪਲ ਕਨਫਿਊਜ਼ ਦੈਟ ਵਿਦ ਸ਼ੀਖ ਆਫ ਸਾਊਦੀ ਅਰੇਬੀਆ ਔਰ ਸਿੱਖ। ਸੋ ਇਸ ਕਰਕੇ ਉੱਥੇ
ਵੀ ਹੈਵ ਟੂ ਸੇ LED ਸਾਈਨ ਦੇ ਵਿੱਚ ਕਿ ਯੂ ਨੋ ਜਿਸ ਤਰ੍ਹਾਂ ਅਸੀਂ ਆਪਣੇ ਗੁਰਬਾਣੀ ਦੀ ਤੁਕ ਚੱਲਦੀ ਹੈ ਉੱਥੇ ਮੈਸੇजेस ਉੱਥੇ ਸਕੂਲ ਸ਼ੁਰੂ ਹੋ ਰਿਹਾ ਸੀ ਵੀ ਟਾਕ ਅਬਾਊਟ ਆਲ ਆਫ ਥੀਸ ਥਿੰਗਸ ਹਾਂਜੀ ਕੋਈ ਵੀਰ ਆਪਣੇ ਦੱਸ ਰਿਹਾ ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਲੋਕੀ ਦੇਖਦੇ ਨੇ ਜਾਂ ਉਹਨਾਂ ਨੇ so yeah, I mean people are still confused about ਜਿਹੜੇ ਸਾਡੀ ਦਸਤਾਰ ਬਾਰੇ ਜਾਂ ਹੋਰ ਇਸ਼ੂਜ਼ ਬਾਰੇ so we need to continue ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਜਿਹੜੇ LED ਸਾਈਨ ਅੱਜ ਕੱਲ੍ਹ ਬੜੇ ਚੀਪ ਮਿਲ ਜਾਂਦੇ ਨੇ ਉੱਥੇ ਗੁਰਬਾਣੀ ਦੀਆਂ ਤੁਕਾਂ ਦੇ ਮੈਸੇजेस ਹੋਣ ਗ੍ਰੀਟਿੰਗਸ ਹੋਣ ਜਿੱਦਾਂ ਬੈਕ ਟੂ ਸਕੂਲ ਨਾਈਟ ਹੈ ਜਾਂ ਸਮਰ ਦਾ ਕੋਈ ਸੀਜ਼ਨ ਆਉਂਦਾ ਜਾਂ ਗੁਰਬਾਣੀ ਦੀ ਤੁਕ ਦੇ ਉੱਤੇ ਕੋਈ ਇੱਦਾਂ ਦੇ ਮੈਸੇजेस ਇਕੁਆਲਿਟੀ ਬਾਰੇ ਉਹ ਤੁਸੀਂ LED 'ਚ ਚਲਾ ਸਕਦੇ ਹੋ ਜਿਹੜੀ ਆਮ ਉੱਥੇ 6-7 ਮੀਲ ਦੇ ਰੇਡੀਅਸ ਦੇ ਵਿੱਚ ਲੋਕੀ ਲੰਘਦੇ ਨੇ ਆਉਂਦੇ ਜਾਂਦੇ ਦੇਖਦੇ ਨੇ ਕਿ ਇਹ ਕੀ ਥਾਂ ਹੈ ਇੱਥੇ ਕੌਣ ਆਉਂਦੇ ਨੇ ਇਹ ਪੱਗਾਂ ਵਾਲੇ ਕੌਣ ਨੇ ਬੰਦੇ ਇਹ ਸਲੋਲੀ ਵੀ ਕੈਨ ਐਜੂਕੇਟ ਪੀਪਲ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਵਿਜੀਲੈਂਟ ਹੋਣ ਦੀ ਲੋੜ ਹੈ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਨੋਬਡੀ ਇਜ਼ ਸੇਫ ਇਫ ਜੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਤਾਂ ਟੈਕਸੀ ਡਰਾਈਵਰਸ ਦੀ ਪ੍ਰੋਬਲਮ ਹੈ ਜੀ ਜਿਹੜੇ ਟੈਕਸੀ ਚਲਾਉਂਦੇ ਨੇ ਸਿੱਖ ਉਹਨਾਂ ਦੇ ਲਈ ਪ੍ਰੋਬਲਮ ਹੈਗੀ ਹੈ ਮੈਂ ਤਾਂ ਪ੍ਰੋਫੈਸ਼ਨਲ ਜੀ ਮੈਂ ਤਾਂ ਡਾਕਟਰ ਹਾਂ ਅਤੇ ਮੈਂ ਤਾਂ ਜੀ ਆਪਣਾ ਬੜੇ ਐਜੂਕੇਟਡ ਮਾਹੌਲ ਦੇ ਵਿੱਚ ਜਾਂਦੇ ਆਉਂਦੇ ਹਾਂ ਸਾਡੇ ਬੱਚੇ ਚੰਗੇ ਸਕੂਲ ਸਿਸਟਮ ਦੇ ਵਿੱਚ ਜਾਂਦੇ ਨੇ ਚੰਗੀ ਨੇਬਰਹੁੱਡ 'ਚ ਰਹਿੰਦੇ ਨੇ ਵੀਰੋ ਅਤੇ ਭੈਣੋ ਇਹ ਇਟਸ ਗੋਨਾ ਇੰਪੈਕਟ ਐਵਰੀਵਨ ਸੋ ਵੀ ਨੀਡ ਟੂ ਹੋਲਡ ਦੀ ਹੈਂਡਸ ਆਫ ਈਚ ਮੈਂਬਰ ਆਫ ਆਰ ਕਮਿਊਨਿਟੀ ਕਿਸੇ ਇੱਕ ਸਿੱਖ ਦੇ ਉੱਤੇ ਅਟੈਕ ਸਾਡੀ ਸਾਰੀ ਕਮਿਊਨਿਟੀ ਦੇ ਉੱਤੇ ਅਟੈਕ ਹੈ ਕਿਸੇ ਇੱਕ ਗੁਰਦੁਆਰੇ ਦੇ ਉੱਤੇ ਵੈਂਡਲਿਜ਼ਮ ਹੋਣਾ ਜਾਂ ਹੇਟ ਕ੍ਰਾਈਮ ਹੋਣਾ ਉਹ ਸਾਡੇ ਸਾਰਿਆਂ ਦੇ ਉੱਤੇ ਹੈਗਾ ਸੋ ਇਸ ਕਰਕੇ ਸਾਨੂੰ ਇਹ ਕੋਲੈਕਟਿਵ ਐਫਰਟ ਕਰਨੀ ਦੀ ਲੋੜ ਹੈਗੀ ਹੈ ਐਜੂਕੇਟ ਕਰਨ ਦੀ ਲੋੜ ਹੈ ਮੇਰੀ ਬਹੁਤ ਗੁਜ਼ਾਰਿਸ਼ ਹੈ ਸਾਰੇ ਵੀਰਾਂ ਭੈਣਾਂ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਓ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਿਓ ਆਪਣੇ ਨੇਬਰਹੁੱਡ ਦੇ ਵਿੱਚ ਜਾ ਕੇ ਇੱਕ ਛੋਟਾ ਜਿਹਾ ਫਲਾਇਰ ਬਣਾ ਕੇ ਘਰੋਂ ਘਰੀ ਵੰਡ ਕੇ ਆਉਣ ਜਾਂ ਕੋਈ ਤੁਸੀਂ ਓਪਨ ਹਾਊਸ ਰੱਖ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਆਪਣੇ ਨੇਬਰਸ ਨੂੰ ਬੁਲਾਓ ਆ 9/11 ਦਾ ਜਿਹੜਾ ਇਹ ਸਾਰਾ ਆ ਰਿਹਾ 20th ਐਨੀਵਰਸਰੀ ਹੈਵ ਸਮ ਮੇਬੀ ਪੀਜ਼ਾ ਗੈਟ ਟੂਗੈਦਰ ਅਤੇ ਉੱਥੇ ਲੋਕਾਂ ਨੂੰ ਇਨਵਾਈਟ ਕਰੋ ਓਪਨ ਹਾਊਸ ਰੱਖ ਕੇ ਸੰਡੇ ਦੁਪਹਿਰੇ 3 ਤੋਂ 5 ਰੱਖ ਲਓ 2 ਤੋਂ 4 ਰੱਖ ਲਓ ਸੋ ਦੈਟ ਨੇਬਰਸ ਕੈਨ ਕਮ ਐਂਡ ਸੀ ਕਿ ਹੂ ਸਿੱਖਸ ਆਰ ਇਹ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਇੱਕ ਇੰਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਇੱਕ ਇੰਗਲੈਂਡ ਤੋਂ ਮੈਨੂੰ ਬੰਦਾ ਮਿਲਿਆ ਗੋਰਾ ਅਤੇ ਸ਼ੈਪਰਡਸ ਬੁਸ਼ ਜਿਹੜਾ ਇੱਕ ਬੜਾ ਫੇਮਸ ਗੁਰਦੁਆਰਾ ਹੈਗਾ ਆਈ ਥਿੰਕ ਪ੍ਰੋਬਬਲੀ ਵਨ ਆਫ ਦਾ ਓਲਡੈਸਟ ਗੁਰਦੁਆਰਾ ਉਸ ਗੁਰਦੁਆਰੇ ਦੇ ਨੇੜੇ ਰਹਿੰਦਾ ਸੀ ਬੰਦਾ ਅਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਡਿਡ ਯੂ ਐਵਰ ਗੋ ਟੂ ਗੁਰਦੁਆਰਾ ਕਹਿੰਦਾ ਨੋ ਆਈ ਆਲਵੇਜ਼ ਵਾਂਟਡ ਟੂ ਪਰ ਆਈ ਆਲਵੇਜ਼ ਹੈਜ਼ੀਟੇਟਡ ਕਿ ਵੈਦਰ ਦੇ ਵਿਲ ਲਾਈਕ ਇਟ ਔਰ ਨਾਟ ਸੋ ਆਈ ਨੈਵਰ ਬਿਨ ਦੇਅਰ ਸੋ ਦੈਟ ਰਾਈਟ ਦੇਅਰ ਸ਼ੋਜ਼ ਕਿ ਜਿਹੜਾ ਬੰਦਾ ਇੱਕ ਪੋਜ਼ੀਟਿਵ ਵੀ ਸੋਚਦਾ ਸਾਡੀ ਕਮਿਊਨਿਟੀ ਬਾਰੇ ਉਹਨੂੰ ਹੈਜ਼ੀਟੇਸ਼ਨ ਹੈ ਕਿ ਉਹ ਗੁਰਦੁਆਰੇ ਕਿੱਦਾਂ ਜਾਵੇ ਇਹ ਸਾਨੂੰ ਜੇ ਅਸੀਂ ਓਪਨਲੀ ਜਾ ਕੇ ਆਪ ਇਨਵਾਈਟ ਕਰਾਂਗੇ ਲੋਕਾਂ ਨੂੰ ਕਹਾਂਗੇ ਕਿ ਜੀ ਆਓ ਸਾਡੇ ਗੁਰਦੁਆਰੇ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਅਸੀਂ ਕੌਣ ਹੈਗੇ ਹਾਂ ਇਹਦੇ ਨਾਲ ਬਹੁਤ ਜਿਹੜੀ ਇੱਕ ਇਗਨੋਰੈਂਸ ਖਤਮ ਹੁੰਦੀ ਹੈ ਲੋਕਾਂ ਨੂੰ ਹੇਟ ਕ੍ਰਾਈਮ ਦਾ ਮੇਨ ਕਾਰਨ ਹੁੰਦਾ ਇਗਨੋਰੈਂਸ ਪੀਪਲ ਐਸੋਸੀਏਟ one person with something the negative thing that they have in mind ਸੋ ਇਸ ਕਰਕੇ ਪਹਿਲ ਸਾਨੂੰ ਕਰਨੀ ਪੈਣੀ ਹੈ ਔਰ ਇਹਦੇ 'ਚ ਸ਼ਰਮ ਕਰਨ ਵਾਲੀ ਕੋਈ ਗੱਲ ਨਹੀਂ ਸਾਨੂੰ ਹੈਜ਼ੀਟੇਟ ਕਰਨਾ ਛੱਡਣਾ ਪੈਣਾ ਅਤੇ ਆਪ ਹੱਥ ਵਧਾਈਏ ਲੋਕਾਂ ਨੂੰ ਦੋਸਤੀ ਦਾ ਰਾਹ ਈਵਨ ਵਰਕ ਪਲੇਸ ਦੇ ਉੱਤੇ ਵੀ ਤੁਸੀਂ ਆਪਣੇ ਬੌਸ ਨਾਲ ਗੱਲ ਕਰਕੇ ਡੂ ਅ ਪ੍ਰੈਜੈਂਟੇਸ਼ਨ ਐਟ ਯੋਰ ਚਾਈਲਡਸ ਕਲਾਸ ਅੱਜ ਕੱਲ੍ਹ ਔਨਲਾਈਨ ਵੀ ਤੁਸੀਂ ਕਰ ਸਕਦੇ ਹੋ ਗੁਰਦੁਆਰੇ ਵੱਲੋਂ ਤੁਸੀਂ ਐਫਰਟ ਕਰ ਸਕਦੇ ਹੋ ਪੁਲਿਸ ਡਿਪਾਰਟਮੈਂਟ ਨਾਲ ਰਲ ਕੇ ਐਫਰਟ ਕਰ ਸਕਦੇ ਹੋ ਅਸੀਂ ਆਪਣੇ ਗੁਰਦੁਆਰੇ ਦੇ ਵਿੱਚ ਹਰ ਸੰਡੇ ਹੁਣ ਲੰਗਰ ਵਰਤਾਉਂਦੇ ਹਾਂ ਅਤੇ ਕਾਊਂਟੀ ਨਾਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅਤੇ ਹੁਣ ਤੱਕ ਅਸੀਂ 2.5 ਲੱਖ ਮੀਲਸ 2.5 ਲੱਖ ਲੰਗਰ ਦੀਆਂ ਪਲੇਟਾਂ ਵਰਤਾ ਚੁੱਕੇ ਹਾਂ ਸੋ ਜਸਟ ਇਮੈਜਿਨ ਕਿ ਕਿੰਨੇ ਰੇਡੀਅਸ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਿੱਖ ਗੁਰਦੁਆਰਾ ਹੈ ਇੱਥੇ ਸੇਵਾ ਹੁੰਦੀ ਹੈ ਸੋ ਇਹ ਵੀਰੋ ਅਤੇ ਭੈਣੋ ਸਾਨੂੰ ਸਾਰਿਆਂ ਨੂੰ ਇਹ ਐਫਰਟਸ ਕਰਨ ਦੀ ਲੋੜ ਹੈ
ਇਹਦੇ ਬਾਰੇ ਤੁਹਾਨੂੰ ਕੋਈ ਸੁਜੈਸ਼ਨ ਚਾਹੀਦੀ ਹੋਵੇ ਜਾਂ ਮੈਨੂੰ ਕੋਈ ਸੁਜੈਸ਼ਨ ਦੇਣੀ ਹੋਵੇ, please feel free to send me a message. I will continue this conversation for the next few days because there are so many ideas that we can all discuss. ਸਾਨੂੰ ਸਾਰਿਆਂ ਨੂੰ collective level ਦੇ ਉੱਤੇ ਇਹ ਕੰਮ ਕਰਨ ਦੀ ਲੋੜ ਹੈਗੀ ਹੈ. Involve the young people, involve the teenagers and middle school students because they face a lot of problem. ਅਸੀਂ adults handle ਕਰ ਸਕਦੇ ਹਾਂ. ਸਾਨੂੰ ਕੋਈ ਕਹਿ ਜਾਵੇ hey Taliban, hey terrorist, go back, whatever. ਬੱਚਿਆਂ ਦੇ ਉੱਤੇ ਇੰਪੈਕਟ ਬਹੁਤ ਜ਼ਿਆਦਾ ਹੁੰਦਾ. They cannot handle this. ਇਸ ਕਰਕੇ ਉਹਨਾਂ ਨੂੰ ਪ੍ਰਪੇਅਰ ਕਰਨ ਲਈ ਮਿਡਲ ਸਕੂਲ ਦੇ ਬੱਚਿਆਂ ਨੂੰ ਤੁਸੀਂ ਗੁਰਦੁਆਰੇ ਦੇ ਵਿੱਚ ask them ਕਿ what would you say if somebody asked you who are you? ਉਹਨਾਂ ਦੇ ਵਿੱਚ ਕੌਨਫੀਡੈਂਸ ਆਏਗਾ. ਇਫ ਦੇ ਕੈਨ ਸੇ ਦੈਮਸੈਲਵ, ਆਪਣੇ ਪ੍ਰੈਕਟਿਸ ਕਰ ਸਕਦੇ ਨੇ ਗੁਰਦੁਆਰੇ ਦੇ ਵਿੱਚ ਉਹ ਸਪੀਚ ਕਰਨ 3-4 ਮਿੰਟ ਦੇ ਵਿੱਚ ਉਹ ਦੱਸ ਸਕਣ ਕਿ ਉਹ ਕੌਣ ਨੇ, ਸਾਡੇ ਧਰਮ ਸਿਸਟਮ ਕੀ ਹੈ. ਇਹ ਕਲੈਰਿਟੀ ਜੇ ਅਸੀਂ ਸਮਝਾ ਸਕੀਏ ਘੱਟ ਤੋਂ ਘੱਟ ਲਫ਼ਜ਼ਾਂ ਦੇ ਵਿੱਚ, ਵੱਧ ਤੋਂ ਵੱਧ ਅਸੀਂ ਗੱਲ ਕਿੱਦਾਂ ਕਹਿਣੀ ਹੈ, ਜਦੋਂ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲਦਾ, 1 ਮਿੰਟ ਦਾ ਟਾਈਮ ਮਿਲਦਾ, ਜਿਹਨੂੰ ਕਹਿੰਦੇ ਨੇ ਐਲੀਵੇਟਰ ਸਪੀਚ. ਐਲੀਵੇਟਰ ਵੀ ਤੁਸੀਂ 2 ਫਲੋਰ ਜਾਣਾ ਅਤੇ 2 ਫਲੋਰਾਂ ਦੇ ਵਿੱਚ ਜੇ ਤੁਹਾਨੂੰ ਕੋਈ ਬੰਦਾ ਪੁੱਛੇਗੀ ਤੁਸੀਂ ਕੌਣ ਹੋ ਤਾਂ ਤੁਸੀਂ ਉਹਦੇ ਵਿੱਚ ਹੀ ਦੱਸ ਸਕੋ ਉਹਨੂੰ ਕਿ ਮੈਂ ਕੌਣ ਹਾਂ. ਸੋ ਉਹ ਬੜਾ ਬਰੀਫ ਜਿਹੜੀ ਅਸੀਂ ਇਨਫੋਰਮੇਸ਼ਨ ਇਕੱਠੀ ਕੀਤੀ ਸੀ, ਜਿਹੜੇ ਅਸੀਂ ਮੀਡੀਆ ਟੀਮਸ ਨੂੰ ਹਾਇਰ ਕੀਤੀਆਂ ਸੀ, ਅਤੇ ਉਹਨਾਂ ਨੇ ਸਾਨੂੰ ਇਹ ਰਿਸਰਚ ਕਰਕੇ ਦੱਸਿਆ ਸੀ ਵੀ ਜੇ ਸਿੱਖ ਧਰਮ ਦੀਆਂ 3-4 ਗੱਲਾਂ ਤੁਸੀਂ ਪਹਿਲੇ ਮਿੰਟ ਦੇ ਵਿੱਚ ਦੱਸ ਦੋਗੇ ਅਤੇ ਯੂ ਹਿੱਟ ਦ ਟਾਰਗੇਟ. ਤੁਸੀਂ ਆਪਣਾ ਗੋਲ, ਮੈਨੇ ਉੱਥੇ ਬਾਲ ਪਾਤੀ ਹੈ ਜਿੱਥੇ ਬਾਲ ਦੀ ਲੋੜ ਹੈਗੀ ਹੈ. ਮੇਨ ਹੈ ਕਿ ਵੀ ਬਲੀਵ ਇਨ ਵਨ ਗॉड, we believe in equality, we believe in men and women are equal, and we believe that all religions should be respected, and we believe in serving others. That's it. You don't have to say, and this turban is a symbol of equality and human rights and justice. ਹੋਰ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੈਗੀ. You can go a little bit more that we keep our hair in honor of our Creator, and it's a symbol of spiritual connection with God. Just symbol 3-4 ਲਫ਼ਜ਼ਾਂ ਦੇ ਵਿੱਚ, sentences ਦੇ ਵਿੱਚ you can summarize everything what you don't need to go into details. People are not interested. They just want to get a very, very few items that they can remember. ਜੇ ਬਹੁਤਾ ਕਹੋਗੇ ਤਾਂ people don't remember. ਸੋ ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ efforts ਕਰਨ ਦੀ ਲੋੜ ਹੈ. Each person, whoever is watching here, each one of you is important. Each one of you can play a role. Each one of you can help the cause of creating more awareness, positive awareness about our community. So ਮੈਂ ਇੰਨੀ ਹੀ ਗੱਲ ਤੁਹਾਡੀ ਸਾਰਿਆਂ ਨਾਲ ਸ਼ੇਅਰ ਕਰਨੀ ਸੀ. ਇਹ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਦੇ ਵਿੱਚ ਇਸ ਦੀ ਗੱਲ ਪਹੁੰਚੇ, ਇਹ ਮੈਸੇਜ ਪਹੁੰਚੇ, ਅਤੇ ਆਪਾਂ ਸਾਰੇ ਰਲ ਕੇ ਕਲੈਕਟਿਵਲੀ ਯੂਨੀਫਾਈਡ ਤਰੀਕੇ ਦੇ ਨਾਲ ਆਪਣੇ ਧਰਮ ਬਾਰੇ, ਆਪਣੀਆਂ ਪਰੰਪਰਾਵਾਂ ਬਾਰੇ, ਆਪਣੇ ਧਾਰਮਿਕ ਚਿੰਨ੍ਹਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਐਜੂਕੇਟ ਕਰ ਸਕੀਏ. ਅਤੇ ਅਗਲੇ ਜਿਹੜੇ 6-7 ਦਿਨ ਨੇ, 10 ਦਿਨ ਨੇ, ਉਹ ਬੜੇ ਕ੍ਰਿਟੀਕਲ ਨੇ. 9/11 ਦੀ ਜਿਹੜੀ 20th ਐਨੀਵਰਸਰੀ ਹੈ, ਗॉड ਜਾਣੇ, ਰੱਬ ਜਾਣੇ ਕਿ ਇਹਨਾਂ ਨੇ ਅਲ-ਕਾਇਦਾ ਨੇ ਕੀ ਪਲਾਨ ਕਰਨਾ, ਜਾਂ ਆਈਸਿਸ ਨੇ ਕੀ ਕਰਨਾ, ਜਾਂ ਤਾਲਿਬਾਨ ਨੇ ਕੀ ਕਰਨਾ, ਸਾਨੂੰ ਨਹੀਂ ਪਤਾ. ਪਰ ਉਹਦਾ ਕੁਛ ਵੀ ਹੁੰਦਾ, ਉਹਦਾ ਇੰਪੈਕਟ ਸਾਡੇ ਸਾਰਿਆਂ 'ਤੇ ਹੋਏਗਾ, ਜਿੱਥੇ ਕਿਤੇ ਵੀ ਸਿੱਖ ਹੈਗਾ. ਸੋ ਮੈਂ ਨਿਊਜ਼ੀਲੈਂਡ ਦੇ ਸਿੱਖ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ, ਤੁਸੀਂ ਉੱਥੇ ਐਫਰਟ ਕਰੋ. ਜਿਹੜਾ ਉੱਥੇ ਉਹ ਇੰਸੀਡੈਂਟ ਹੋਇਆ ਹੈ, ਪ੍ਰਾਈਮ ਮਿਨਿਸਟਰ ਨੇ ਵੀ ਸਪੀਚ ਦਿੱਤੀ ਹੈ, 17-18 ਬੰਦਿਆਂ ਨੂੰ ਜ਼ਖਮੀ ਕਰ ਦਿੱਤਾ ਇੱਕ ਟੈਰਰਿਸਟ ਨੇ. ਸ਼੍ਰੀਲੰਕਾ ਤੋਂ ਬੰਦਾ ਸੀਗਾ. ਮੈਨੇ ਇਹ ਵੀ ਬੰਦੇ ਲੋਕ ਕਮਲੇ ਨੇ, ਅਤੇ ਉੱਥੇ ਚਾਕੂ ਲੈ ਕੇ ਅੱਲਾਹੂ ਅਕਬਰ ਕਰਕੇ ਉਹਨੇ ਸਾਰੇ ਗਰੋਸਰੀ ਸਟੋਰ ਦੇ ਵਿੱਚ 17-18 ਬੰਦਿਆਂ ਨੂੰ ਜ਼ਖਮੀ ਕਰ ਦਿੱਤਾ, ਅਤੇ ਆਪ ਵੀ ਮਾਰਿਆ ਗਿਆ. ਪਤਾ ਨਹੀਂ ਇਹਨਾਂ ਦੀ ਦਿਮਾਗ ਹੀ ਖਰਾਬ ਹੋਏ ਨੇ, ਅਤੇ ਔਰ ਸਾਡੇ ਸਾਰਿਆਂ ਲਈ ਮੁਸੀਬਤ ਖੜੀ ਹੋ ਜਾਂਦੀ ਹੈ. ਵਿਚਾਰੇ ਮੁਸਲਮਾਨ ਵੀਰਾਂ ਲਈ ਵੀ, ਉਹਨਾਂ ਵੀਰਾਂ ਭੈਣਾਂ ਲਈ ਵੀ, ਉਹਨਾਂ ਦੇ ਧਰਮ ਦਾ ਕਿੰਨੀ ਬਦਨਾਮੀ ਹੁੰਦੀ ਹੈ, ਅਤੇ ਉਹਦਾ ਇੰਪੈਕਟ ਸਾਡੇ ਸਾਰਿਆਂ 'ਤੇ ਹੁੰਦਾ. ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਨਿਊਜ਼ੀਲੈਂਡ ਦੇ ਸਿੱਖਾਂ ਨੂੰ ਵੀ, ਜੇ ਤੁਹਾਨੂੰ ਕਿਸੇ ਚੀਜ਼ ਦੀ ਵੀ ਹੈਲਪ, ਗਾਈਡੈਂਸ, ਤੁਹਾਨੂੰ ਕੁਛ ਇਨਫੋਰਮੇਸ਼ਨ ਚਾਹੀਦੀ ਹੈ, ਪਲੀਜ਼ ਫੀਲ ਫਰੀ ਟੂ ਰੀਚ ਮੀ. ਔਰ ਨੈਸ਼ਨਲ ਸਿੱਖ ਕੈਂਪੇਨ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ, ਵਿਲ ਬੀ ਮੋਰ ਦੈਨ ਹੈਪੀ ਟੂ ਵਰਕ ਵਿਥ ਯੂ. ਵੀਰੋ ਅਤੇ ਭੈਣੋ, ਆਈ ਵਿਲ ਸਟਾਪ ਰਾਈਟ ਹੀਅਰ. ਅਤੇ ਗੁਰੂ ਨਾਨਕ ਡਾਕੂਮੈਂਟਰੀ ਬਾਰੇ ਵੀ ਤੁਸੀਂ ਐਜੂਕੇਸ਼ਨ ਕਰ ਸਕਦੇ, ਪਰ ਇਹ ਜਿਹੜੇ ਸਾਰੇ ਇਸ਼ੂਜ਼ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪ ਜੀ ਨੂੰ ਹਰ ਰੋਜ਼ ਮੈਂ ਲਾਈਵ ਹੋ ਕੇ ਸ਼ੇਅਰ ਕਰਾਂਗਾ ਇਹ ਆਈਡੀਆਜ਼. ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.